बिस्मिल्लाहिर्रहमानिर्रहीम। मैं मोहम्मद सरफराज जी। इस वेले मेरे नाल ने जनाब यासीन साहब और उन्होंने नाल ने अशरफ डोगर साहब। इन्हों का इंटरव्यू कुछ अरसा पहले पाया सी जी। पपीते की नर्सरी का भी ये कारोबार करते, ये तो इलावा खुद एक काश्तकार। तो अज इन्हों के नाल थोड़ी जी गल्लां करते हैं। यासीन साहब सलाम अलैकुम जी। वालेकुम अस्सलाम। यासीन साहब पहलां तो ये दसो, इस साल पपीता जिहड़ा है इन्हें जिमीदार रोल दिता, उसकी वजह की बनी? बिस्मिल्लाहिर्रहमानिर्रहीम। पपीते की जी सब तो वड्डी एक वजह यह है कि इस साल रिकॉर्ड है ठंड का जी कि जरा उच्ची बोलना जी। माहिरीन दसते पे ने कि तकरीबन कोई 50 साल पहला इन्नी ठंड पई सी, हाँ जी। ਉਹਦਾ रिकॉर्ड इस साल टुटिया। अच्छा जी। एक वजह जी यह हो गई, ठंड ज़्यादा पई है। ठंड ज़्यादा पई जी। अच्छा जी। कोहरा पै रहा सी ते ਉਹ ਕੋਹਰਾ ਜਿਹੜਾ ਮਹਿਸੂਸ ਨਹੀਂ ਸੀ ਹੋ ਰਿਹਾ अच्छा जी। ਕਿ ਇਹ ਕੋਹਰਾ ਪਹਿਲੇ ਕੋਹਰਾ ਪੈਂਦਾ ਸੀ ਉਹ ਨਜ਼ਰ ਆਉਂਦਾ ਸੀ जी। ਕਿ ਜੀ ਕੋਹਰਾ ਪੈ ਰਿਹਾ। ਇਸ ਦਫਾ ਠੰਡ ਬਹੁਤ ਜ਼ਿਆਦਾ ਲੰਬੀ ਹੋ ਗਈ, अच्छा जी। ਉਹਦੀ ਵਜ੍ਹਾ ਤੋਂ ਕੋਹਰਾ ਪੈਂਦਾ ਸੀ ਬਹੁਤ ਹਲਕੀ ਮਿਕਦਾਰ 'ਚ ਅੱਛਾ ਔਰ ਜੀ। ਨਜ਼ਰ ਨਹੀਂ ਸੀ ਆਉਂਦਾ। अच्छा जी। ਜਿਸ ਤਰ੍ਹਾਂ ਕਿ ਪਹਿਲਾਂ ਪੈਂਦਾ ਸੀ ਕੋਹਰਾ ਕੋਈ 10 ਦਿਨ 15 ਦਿਨ 20 ਦਿਨ ਹੱਦ ਇੱਕ ਮਹੀਨਾ ਪੈ ਗਿਆ। यानी ਤੁਹਾਡਾ ਮਤਲਬ ਐਤਕੀ ਠੰਡ ਜ਼ਿਆਦਾ, ਕੋਹਰਾ ਜ਼ਿਆਦਾ ਪਿਆ। ਹਾਂਜੀ। ਅੱਛਾ, ਕੋਹਰੇ ਤੋਂ ਇਲਾਵਾ? ਕੋਹਰੇ ਤੋਂ ਇਲਾਵਾ ਜੀ ਵੱਡੀਆਂ ਗਲਤੀਆਂ ਇਹ ਸਾਡੇ ਕੋਲ ਹੋਈਆਂ ਨੇ ਹਾਂਜੀ। ਕਿ ਅਸੀਂ ਕਈਆਂ ਨੇ ਬੰਦਿਆਂ ਨੇ ਟਨਲ ਨਹੀਂ ਕੀਤਾ, ਅੱਛਾ, ਟਨਲ ਨਹੀਂ ਬਣਾਈ। ਟਨਲ ਨੇ ਬਣਾਈ ਔਰ ਜਿਨ੍ਹਾਂ ਲੋਕਾਂ ਨੇ ਟਨਲ ਬਣਾਈ ਆ ਅਸੀਂ ਵੀ ਟਨਲ ਬਣਾਈ, ਲੇਕਿਨ ਟਨਲ ਨੂੰ ਸਮਝਣਾ ਹਾਂਜੀ। ਉਹ ਵੀ ਜ਼ਰੂਰੀ ਆ ਕਿ ਹਾਂਜੀ। ਟਨਲ ਤੁਸੀਂ ਕਰ ਦਿੱਤੀ ਆ ਤੇ ਉਹਦਾ ਨੁਕਸਾਨ ਕੀ ਫਾਇਦਾ ਕੀ ਆ। ਹਾਂਜੀ ਕੁਝ ਲੋਕਾਂ ਨੇ ਮਿੱਟੀ ਲਗਾਈ ਸੀ ਪੌਦਿਆਂ ਦੇ ਨਾਲ, ਜੀ। ਮਿੱਟੀ ਲਗਾ ਦਿੱਤੀ, ਉਸ ਤੋਂ ਬਾਅਦ ਟਨਲ ਕਰਨ ਤੋਂ ਪਹਿਲਾਂ ਉਹਨਾਂ ਨੇ ਪਾਣੀ ਦੇ ਦਿੱਤਾ। ਅੱਛਾ ਜੀ। ਪਾਣੀ ਦੇ ਕੇ ਉੱਤੇ ਟਨਲ ਹੋ ਗਿਆ। ਹਾਂਜੀ। ਜਦੋਂ ਟਨਲ ਉੱਤੇ ਪਲਾਸਟਿਕ ਲੱਗ ਜਾਣਾ ਤੇ ਨਾ ਉਹਨੂੰ ਹਵਾ ਪੈਂਦੀ ਹੈ ਨਾ ਧੁੱਪ ਪੈਂਦੀ ਇੰਨੀ, ਹਾਂਜੀ। ਉਹ ਖੁਸ਼ਕ ਨਹੀਂ ਹੁੰਦਾ, ਹਾਂਜੀ। ਯਾਨੀ ਕਿ ਮਿੱਟੀ ਖੁਸ਼ਕ ਨਹੀਂ ਹੁੰਦੀ। ਅੱਛਾ ਉਹਦੀ ਜੀ। ਵਜ੍ਹਾ ਤੋਂ ਜਿੱਥੇ ਜਿੱਥੇ ਪੌਦੇ ਦੇ ਨਾਲ ਮਿੱਟੀ ਹੁੰਦੀ ਆ ਹਾਂਜੀ। ਉਹ ਪੌਦਾ ਉੱਥੋਂ ਗਲ ਜਾਂਦਾ। ਅੱਛਾ ਜੀ। ਕੁਛ ਲੋਕ ਸਾਡੇ ਨਾਲ ਵੀ ਇਹ ਗਲਤੀਆਂ ਹੋਈਆਂ ਨੇ ਹਾਂਜੀ। ਕਿ ਪਲਾਸਟਿਕ ਟਨਲ ਬਣ ਜਾਂਦਾ, ਹਾਂ। ਉਹਦੀਆਂ ਸਾਈਡਾਂ ਓਪਨ ਨਹੀਂ ਕਰਦੇ। ਅੱਛਾ ਜੀ। ਯਾਨੀ ਕਿ ਅਗਰ ਤੁਸੀਂ ਟਨਲ ਕੀਤਾ, ਤੁਸੀਂ ਸਵੇਰ ਜਾਓ 9-10 ਵਜੇ ਜਿਸ ਤਰ੍ਹਾਂ ਹੀ ਧੁੱਪ ਨਿਕਲੀ ਆ ਤੇ ਉਹਦੀਆਂ ਸਾਈਡਾਂ ਦੋਵੇਂ ਖੋਲ੍ਹ ਦਿਓ। ਜਦੋਂ ਧੁੱਪ ਨਿਕਲਣੀ ਹੈ? ਜਦੋਂ ਧੁੱਪ ਨਿਕਲਣੀ। ਧੁੰਦਿਆਂ ਦਿਨਾਂ 'ਚ ਨਹੀਂ ਇਦਾਂ ਕਰਨੀ? ਨਹੀਂ, ਵੈਸੇ ਵੀ ਕਰਨੀ ਆ। ਦਿਨੇ ਮਤਲਬ ਟਨਲ ਦੀਆਂ ਸਾਈਡਾਂ ਖੋਲ੍ਹ ਦੇਣੀਆਂ ਹਾਂਜੀ। ਤੇ ਰਾਤ ਨੂੰ ਬੰਦ ਕਰ ਦੇਣੀਆਂ? ਰਾਤ ਨੂੰ ਨਹੀਂ ਜੀ, 3 ਵਜੇ। 3 ਵਜੇ 3 ਤੋਂ 4 ਵਜੇ ਦੇ ਦਰਮਿਆਨ ਤੁਸੀਂ ਹਾਂਜੀ। ਸਾਈਡਾਂ ਬੰਦ ਕਰ ਦੇਣੀਆਂ, ਕਿਉਂਕਿ ਉਹਦੇ ਅੰਦਰ ਟੈਂਪਰੇਚਰ ਜਿਹੜਾ ਨਾ ਹੀਟ ਬਰਕਰਾਰ ਹੁੰਦੀ ਹੈ। ਠੀਕ ਆ। ਉਹ ਹੀਟ ਜਦੋਂ ਤੁਸੀਂ ਉਹਨੂੰ ਬੰਦ ਕਲੋਜ਼ ਕਰ ਦੇਣਾ ਨਾ ਜੀ, ਉਹ ਰਾਤ ਤੱਕ ਤੁਹਾਡਾ ਜਿਹੜਾ ਟੈਂਪਰੇਚਰ ਉਹ ਠੀਕ ਰਹੇਗਾ। ਅਗਰ ਤੁਸੀਂ ਸ਼ਾਮ ਟਾਈਮ ਕਰੋਗੇ ਜਾਂ ਸੂਰਜ ਗਰੂਪ ਹੋ ਜਾਏਗਾ, ਉਹ ਅੰਦਰ ਜਿਹੜਾ ਟੈਂਪਰੇਚਰ ਬਿਲਕੁਲ ਖਤਮ ਹੋ ਜਾਏਗਾ, ਫਿਰ ਵੀ ਨੁਕਸਾਨ ਹੈ। ਯਾਨੀ ਇੱਕ ਠੰਡ ਪਈ, ਇਹ ਪਪੀਤੇ ਦੀ ਤਬਾਹੀ ਦੀ ਵਜ੍ਹਾ। ਹਾਂਜੀ। ਦੂਸਰਾ, ਸਾਨੂੰ ਤਜਰਬਾ ਨਹੀਂ ਸੀ ਉਹ ਜਿਹੜੀ ਟਨਲ ਆ ਉਹਨੂੰ ਕਦੋਂ ਖੋਲ੍ਹਣਾ ਕਦੋਂ ਬੰਦ ਕਰਨਾ। ਬਿਲਕੁਲ। 2 ਹੋ ਗਈਆਂ। ਤੀਜੀ ਕਿਹੜੀ ਚੀਜ਼ ਹੋਈ? ਤੀਸਰੀ ਇਹ ਕਿ ਟਨਲ ਲਗਾਉਣ ਤੋਂ ਪਹਿਲਾਂ ਪਾਣੀ ਨਹੀਂ ਦੇਣਾ। ਪਾਣੀ ਨਹੀਂ ਦੇਣਾ? ਅੱਛਾ। ਮਤਲਬ ਖਾਲੀਆਂ ਸੁੱਕੀਆਂ ਹੋਣੀਆਂ ਚਾਹੀਦੀਆਂ। ਉਹ ਪਾਣੀ ਦੇ ਨਾਲ ਕੀ ਹੁੰਦਾ? ਉਹ ਪਾਣੀ ਜੀ ਜਦੋਂ ਆ ਜਾਂਦਾ, ਅਗਰ ਤਾਜ਼ੀ ਮਿੱਟੀ ਲੱਗੀ ਹੋਵੇ ਉਹਨੂੰ ਰੇਨ ਚੜ੍ਹ ਜਾਂਦੀ ਆ। ਜਦੋਂ ਉਹ ਤੋਂ ਕਵਰ ਹੋ ਜਾਣਾ ਤੇ ਉਹ ਫਿਰ ਖੁਸ਼ਕ ਨਹੀਂ ਹੁੰਦਾ। ਜਦੋਂ ਪਲਾਸਟਿਕ ਉੱਤੇ ਆ ਜਾਣੀ ਖੁਸ਼ਕ ਨਹੀਂ ਹੁੰਦਾ? ਉਹਨੇ ਖੁਸ਼ਕ ਨਹੀਂ ਹੋਣਾ। ਤੇ ਉਹਦੇ ਨਾਲ ਕੀ ਗਲ ਜਾਂਦਾ? ਉਹਦੇ ਨਾਲ ਤਣਾ ਗਲ ਜਾਂਦਾ। ਤਣਾ ਗਲ ਗਿਆ, ਗੱਲ ਮੁੱਕ ਗਈ। ਬਿਲਕੁਲ ਜੀ। ਅੱਛਾ ਜੀ। ਇਹ 2-3 ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਜਾਂ ਇਹਦੇ ਤੋਂ ਇਲਾਵਾ ਵੀ ਕੋਈ ਹੈਗਾ? ਇਹਦੇ ਤੋਂ ਇਲਾਵਾ ਬਸ ਇਹ ਹੀ ਆ ਕਿ ਤੁਸੀਂ ਰੋਜ਼ਾਨਾ ਆਓ, ਆਪਣਾ ਦੇਖੋ ਉਹਨੂੰ, ਦੇਖੋ ਕਿ ਫੰਗਸ ਤਾਂ ਨਹੀਂ ਪੈ ਰਹੀ। ਅੱਛਾ ਜੀ। ਜਾਂ ਇਹਨੂੰ ਹੋਰ ਇਹਨੂੰ ਮਤਲਬ ਵੈਂਟੀਲੇਸ਼ਨ ਦੀ ਜ਼ਰੂਰਤ ਆ, ਉਹ ਫਿਰ ਤੁਸੀਂ ਜ਼ਿੰਕ ਜੈਕ ਉਹਦਾ ਬਣਾ ਦਿਓ। ਅੱਛਾ ਜੀ। ਜਿਹੜਾ ਤੁਸੀਂ ਟਨਲ ਕੀਤਾ, ਹਾਂ। ਇੱਕ ਜਗ੍ਹਾ ਤੋਂ ਤੁਸੀਂ ਛਾਪਰ ਜਿਹੜਾ ਉਹ 'ਤੇ ਚੁੱਕੋ ਜਾਂ ਉਹਦੇ ਥੱਲੇ ਕੋਈ ਸੋਟੀ ਦੇ ਦਿਓ। ਫਿਰ ਕੋਈ 10 ਫੁੱਟ ਛੱਡ ਕੇ ਫਿਰ ਅੱਗੇ ਜਾ ਕੇ ਦੂਸਰੀ ਸਾਈਡ 'ਤੇ ਤੁਸੀਂ ਛਾਪਰ ਜਿਹੜਾ ਫਿਰ ਉੱਤੇ ਕਰ ਦਿਓ। ਅੱਛਾ ਜੀ। ਫਿਰ ਦੂਸਰੀ ਜਿਹੜੀ ਆਪਣਾ ਰਾਈਟ ਸਾਈਡ ਆ, ਉੱਧਰੋਂ ਤੁਸੀਂ ਜਾ ਕੇ ਛਾਪਰ ਉੱਤੇ ਚੁੱਕੋ, ਯਾਨੀ ਕਿ ਉਹਦਾ ਜ਼ਿੰਕ ਜੈਕ ਬਣਾ ਦਿਓ। ਯਾਨੀ ਤੁਹਾਡੇ ਕਹਿਣ ਦਾ ਮਤਲਬ ਆ ਕਿ ਡੇਲੀ ਆਓ। ਹਾਂਜੀ। ਆ ਕੇ ਆਪਣੇ ਉੱਥੇ ਖੇਤ ਦੇ ਵਿੱਚ ਬਾਗ 'ਚ ਰਹੋ, ਉਹਦਾ ਜ਼ਿਗ ਜ਼ੈਗ ਬਣਾ ਦਿਓ। ਇੱਧਰੋਂ ਚੁੱਕ ਲਿਆ ਫਿਰ ਛੱਡ ਦਿੱਤਾ, ਫਿਰ ਅਗਲੇ ਪਾਸਿਓਂ ਚੁੱਕ ਲਿਆ ਜੀ। ਠੀਕ ਹੋ ਗਈ, ਇਹ ਗੱਲ ਹੋ ਗਈ। ਇਹ ਇਸ ਸੂਰਤ 'ਤੇ ਕਰਨਾ ਕਿ ਅਗਰ ਬਹੁਤ ਸਾਰੀ ਗਿੱਲ ਅੰਦਰ
ਨਮੀ ਬਹੁਤ ਜ਼ਿਆਦਾ ਨਮੀ ਬਹੁਤੀ ਨਹੀਂ ਖੁਸ਼ਕ ਹੋਣੀ ਨਹੀਂ ਹੋ ਚਾਹੀਦੀ। ਰਹੀ ਹਾਂਜੀ, ਤੇ ਉਸ ਸੂਰਤ ਹਾਲ ਦੇ ਵਿੱਚ ਤੁਸੀਂ ਇਹ ਕੰਮ ਕਰਨਾ ਅੱਛਾ ਜੀ, ਫਿਰ ਤੁਹਾਡਾ ਖਿਆਲ ਹੈ ਕਾਮਯਾਬ ਹੋ ਜਾਏਗਾ। ਇਨਸ਼ਾਅੱਲਾ। ਜੀ, ਅਸ਼ਰਫ ਸਾਹਿਬ ਤੁਸੀਂ ਦੱਸੋ ਸੱਚੀ ਗੱਲ, ਫਿਰ ਤੁਹਾਡੇ ਪਪੀਤੇ ਨੂੰ ਨੁਕਸਾਨ ਕਿਉਂ ਹੋਇਆ? ਨੁਕਸਾਨ ਜੀ ਇਸੇ ਵਜ੍ਹਾ ਤੋਂ ਹੋਇਆ ਆਪਣੇ, ਇੱਕ ਤਾਂ ਪਾਣੀ ਦੇ ਬੈਠੇ ਹੂੰ ਤੇ ਦੂਸਰਾ ਛਾਪਰ ਲਾ ਬੈਠੇ ਜੀ, ਹੂੰ ਤੇ ਤੀਸਰਾ ਆਪਣੇ ਪੌਦੇ ਨੂੰ ਮਿੱਟੀ ਚੜਾ ਬੈਠੇ ਤਕਰੀਬਨ ਅੱਧਾ ਫੁੱਟ, ਹੂੰ ਤੇ ਚੌਥਾ ਇਹ ਕੰਮ ਬਣਿਆ ਵੀ ਛਾਪਰ ਜਿਹੜੇ ਉਹਨਾਂ ਦੇ ਮੂੰਹ ਨਹੀਂ ਖੋਲੇ, ਹੂੰ ਉਹਨਾਂ ਨੂੰ ਕਲੋਜ਼ ਕਰ ਦਿੱਤਾ, ਬੰਦ ਕਰ ਛੱਡਿਆ ਜੀ। ਠੀਕ ਹੈ। ਉਹ 8-10 ਦਿਨ, ਜੀ ਤੇ ਅੱਛਾ। 8-10 ਦਿਨਾਂ ਬਾਅਦੋਂ ਕਦੋਂ ਅਸੀਂ ਖੋਲੇ ਆ ਜੀ ਤੇ ਗਿੱਲ ਬਹੁਤ ਸੀ ਜੀ, ਅੱਛਾ ਜੀ, ਤੇ ਹਵਸ ਬਣ ਕੇ ਇਹਦੇ ਵਿੱਚ ਪੌਦੇ ਜਿਹੜੇ ਨਾ ਆਪਣੇ ਡਿੱਗ ਪਏ ਸੀ। ਹਾਂ ਚਲੋ ਅੱਲਾ ਦੀ ਰਜ਼ਾ ਜੀ, ਆਖਰ ਹਾਂਜੀ। ਤੇ ਮੁਸਲਮਾਨ ਇੱਦਾਂ ਹੀ ਕਹਿੰਦਾ। ਹਾਂ। ਯਾਸੀਨ ਸਾਹਿਬ ਤੁਸੀਂ ਕਿਹੜੀ ਵੈਰਾਈਟੀ ਲਾਈ ਸੀ? ਅਸੀਂ ਲਗਾਏ ਸੀ ਜੀ ਬਿਗ ਡੈਡੀ, ਬਿਗ ਡੈਡੀ, ਰੈਡ ਡੈਡੀ, ਰੈਡ ਲੇਡੀ, ਸੁਪਰੀਮ, ਸੁਪਰੀਮ, ਸੁਪਰੀਮ ਪਲੱਸ। ਸੁਪਰੀਮ ਪਲੱਸ, ਹਾਂਜੀ ਇਹ 4 ਵੈਰਾਈਟੀਆਂ ਸੀ। ਉਹਦੇ ਵਿੱਚੋਂ ਜਿਹੜੇ ਆ ਬਿਗ ਵਾਲਾ ਤੁਸੀਂ ਨਾਂ ਲਿਆ ਇੱਕ, ਹਾਂਜੀ। ਇਹ ਕਿੰਨੇ ਪੌਦੇ ਸੀ ਤੇ ਕਿੰਨੇ ਬਚੇ? ਇਹ ਸਰ ਜੀ ਸਾਡੇ ਕੋਲ 750 ਪੌਦਾ ਸੀ ਬਿਗ ਡੈਡੀ ਦਾ, ਅੱਛਾ ਜੀ, ਤੇ ਇਹਨੇ ਸਰਦੀ ਬਰਦਾਸ਼ਤ ਕੀਤੀ ਆ ਕਿਸੇ ਹੱਦ ਤੱਕ, ਅੱਛਾ ਜੀ, ਯਾਨੀ ਕਿ ਜਦੋਂ ਬਹੁਤ ਜ਼ਿਆਦਾ ਸਰਦੀ ਪੈ ਗਈ ਅਸੀਂ ਟਨਲ ਲੇਟ ਕੀਤੀ ਸੀ, ਅੱਛਾ ਜੀ, ਤੇ ਉਹਦੇ ਚੋਂ ਕੋਈ 15-20 ਪੌਦੇ ਸਰਦੀ ਨਾਲ ਡੈਮੇਜ ਹੋ ਗਏ ਹੂੰ ਟਨਲ ਕਰਨ ਤੋਂ ਪਹਿਲੇ। ਅੱਛਾ ਜੀ, ਉਸ ਤੋਂ ਬਾਅਦ ਅਸੀਂ ਟਨਲ ਕਰ ਦਿੱਤੀ ਆ, ਤੇ ਜਿਹੜੇ ਬਾਅਦ ਚ ਪੌਦੇ ਜ਼ਾਇਆ ਹੋਏ ਨੇ ਹਾਂਜੀ, ਉਹ ਯਾਨੀ ਕਿ ਸਾਡੀ ਆਪਣੀ ਗਲਤੀ ਸੀ ਅੱਛਾ ਜੀ, ਕਿ ਜਿਹੜਾ ਅਸੀਂ ਮਿੱਟੀ ਚੜਾਈ ਹੋਈ ਸੀ ਨਾਲ। ਯਾਨੀ ਸਰਦੀ ਇਹਨੇ ਬਰਦਾਸ਼ਤ ਕੀਤੀ, ਹਾਂਜੀ ਤੁਸੀਂ ਮਿੱਟੀ ਚੜਾਤੀ, ਹਾਂਜੀ। ਟਨਲ ਬੰਦ ਕਰਤੀ, ਉਸ ਵਜ੍ਹਾ ਦੇ ਨਾਲ ਉਸ ਨਮੀ ਦੇ ਨਾਲ ਗਲ ਗਏ। ਨਮੀ ਦੇ ਨਾਲ ਪਾਣੀ ਅੱਛਾ। ਪਹਿਲੇ ਲੱਗਿਆ ਹੋਇਆ ਸੀ, ਬਚੇ ਕਿੰਨੇ? ਉਹਦੇ ਚੋਂ ਜੀ 110 ਪੌਦੇ ਬਚੇ ਨੇ। ਚਲੋ ਕੋਈ ਗੱਲ ਨਹੀਂ। ਹਾਂਜੀ। ਤੇ ਉਸ ਤੋਂ ਬਾਅਦ ਤੁਸੀਂ ਆ ਜਾਓ ਰੈੱਡ ਲੇਡੀ ਵੱਲ। ਰੈਡ ਲੇਡੀ ਦੇ ਜੀ ਕੁਝ ਪੌਦੇ ਸੀ 20 ਤੋਂ 25 ਪੌਦੇ, ਟੋਟਲ ਕਿੰਨੇ ਸੀ? 37। ਟੋਟਲ 37 ਪੌਦੇ ਸੀ। ਇੱਕ ਲੈਣ ਸੀ ਜੀ ਉਹਦੀ, ਅੱਛਾ, ਉਹ 20 ਤੋਂ 25 ਪੌਦੇ ਮਰ ਗਏ, ਨਹੀਂ ਉਹ ਬਚ ਗਏ, ਬਚ ਗਏ। 25 ਤੇ 10 35 ਤੇ 10-12 ਮਰੇ। ਯਾਨੀ ਕਿ ਜਿਹੜਾ ਰੈਡ ਲੇਡੀ ਆ ਹਾਂ। ਉਹ ਠੰਡ ਦੇ ਨਾਲ ਇੱਕ ਪੌਦਾ ਵੀ ਨਹੀਂ ਮਰਿਆ। ਹਾਂਜੀ ਉਹ ਤੇ ਤਕਰੀਬਨ ਜਿਹੜੀ ਅਸੀਂ ਉੱਤੇ ਟਨਲ ਕੀਤੀ ਸੀ ਹਾਂਜੀ ਉਹ ਪਹਿਲੇ ਫਟ ਗਿਆ ਸੀ, ਉਹ ਹਾਂ, ਯਾਨੀ ਕਿ ਓਪਨ ਰਿਹਾ ਉਹ ਉਸ ਵਜ੍ਹਾ ਤੋਂ ਮਰ ਗਏ। ਉਸ ਵਜ੍ਹਾ ਤੋਂ। ਅੱਛਾ, ਉਸ ਤੋਂ ਬਾਅਦ ਆ ਗਈ ਸੁਪਰੀਮ ਪਲੱਸ। ਹਾਂਜੀ ਉਹ ਸੁਪਰੀਮ ਪਲੱਸ ਜਿਹੜਾ ਜੀ ਉਹਨੇ ਸਰਦੀ ਜਿਹੜੀ ਆ ਉਹ ਉਹਦੇ ਵਾਸਤੇ ਬਹੁਤ ਜ਼ਿਆਦਾ ਨੁਕਸਾਨਦੇਹ ਆ। ਸੁਪਰੀਮ ਪਲੱਸ ਜਿਹੜਾ ਆ ਉਹ ਠੰਡ ਮਨਾਉਂਦਾ। ਸੁਪਰੀਮ ਔਰ ਸੁਪਰੀਮ ਪਲੱਸ ਅੱਛਾ ਜੀ, ਦੋਵੇਂ ਹੀ। ਹਾਂਜੀ, ਇਹ ਜਦੋਂ ਅਸੀਂ ਟਨਲ ਕੀਤੀ ਆ ਉਸ ਤੋਂ ਪਹਿਲਾਂ ਹੀ ਸਾਡੇ 4 ਦੇ ਵਿੱਚੋਂ ਜੀ ਆਪਣਾ 1% ਪੌਦੇ ਖਤਮ ਹੋ ਗਏ ਸੀ, ਹੂੰ ਯਾਨੀ ਕਿ 3% ਬਚੇ। ਹੂੰ 3% ਜਿਹੜੇ ਪੌਦੇ ਬਚੇ ਉਹਨਾਂ ਨੂੰ ਮਿੱਟੀ ਵੀ ਲੱਗੀ ਹੋਈ ਸੀ, ਥੱਲੇ ਪਾਣੀ ਵੀ ਲੱਗਿਆ ਹੋਇਆ ਸੀ। ਮਿੱਟੀ ਲੱਗਣ ਦੇ ਬਾਵਜੂਦ ਵੀ ਜੀ ਉਹ ਪੌਦੇ ਸਾਰੇ ਦੇ ਸਾਰੇ ਸਾਡੇ ਬਚ ਗਏ। ਅੱਛਾ, ਉਹਦਾ ਤਣਾ ਜਿਹੜਾ ਹਾਰਡ ਆ, ਹੂੰ। ਸੁਪਰੀਮ ਪਲੱਸ ਔਰ ਸੁਪਰੀਮ ਦਾ, ਅੱਛਾ ਜੀ, ਇਹਨਾਂ ਦਾ ਤਣਾ ਮਜ਼ਬੂਤ ਆ। ਮਿੱਟੀ ਨੇ ਪਾਣੀ ਨੇ ਇਹਨੂੰ ਨੁਕਸਾਨ ਨਹੀਂ ਦਿੱਤਾ, ਹੂੰ ਔਰ ਇਹਦੇ ਚ ਕੁਝ ਪੌਦੇ ਸਾਡੇ ਜਿਹੜੇ ਆ ਉਹ ਸੇ ਨੇ ਖਰਾਬ ਕੀਤੇ। ਜੀ, ਤੁਸੀਂ ਇਹ ਲਗਾ ਲਓ ਕਿ ਅਗਰ ਸਾਡੇ ਅੱਧੇ ਪੌਦੇ ਸਾਡੀ ਗਲਤੀਆਂ ਤੋਂ ਜਾਂ ਠੰਡ ਨਾ ਗਏ ਆ, ਹੂੰ। ਅੱਧੇ ਪੌਦੇ ਸੇ ਨੇ ਕੀਤੇ। ਸੇ ਨੇ ਖਰਾਬ ਕੀਤੇ। ਚਲੋ ਇਹ ਹੋ ਗਈ ਗੱਲ ਤੁਹਾਡੀ ਜੀ ਇਹਨਾਂ ਦੇ ਬਾਰੇ ਦੇ ਵਿੱਚ। ਹਾਂਜੀ ਅਸ਼ਰਫ ਸਾਹਿਬ ਇਹ ਦੱਸੋ, ਇੰਨਾ ਨੁਕਸਾਨ ਕਰਾ ਲਿਆ, ਹੁਣ ਗਾਂ ਵੀ ਲਾ ਰਹੇ ਆ ਤੁਸੀਂ? ਹਾਂਜੀ ਇਨਸ਼ਾਅੱਲਾ ਜੀ। ਤੁਸੀਂ ਇਹ ਇੱਕ ਹੋਰ ਦੱਸੋ ਮੈਨੂੰ, ਜੀ। ਤੁਹਾਨੂੰ ਘਰ ਦੇ ਲੱਗਦੇ ਲੈਂਦੇ ਕਹਿੰਦੇ ਨਹੀਂ ਦਫਾ ਕਰ ਮਿੱਟੀ ਪਾ? ਹਾਂਜੀ ਕਹਿੰਦੇ ਜੀ, ਕਹਿੰਦੇ ਆ ਨਾ? ਬਹੁਤ ਕਹਿੰਦੇ ਆ ਜੀ। ਹਾਂਜੀ, ਤੇ ਯਾਸੀਨ ਸਾਹਿਬ ਤੁਹਾਨੂੰ ਵੀ ਕਹਿੰਦੇ ਕਿ ਨਹੀਂ? ਮੈਨੂੰ ਵੀ ਸਰ ਜੀ, ਮੈਨੂੰ ਇਹ ਨਹੀਂ ਗੱਲ ਕਹਿੰਦੇ, ਤੁਹਾਡੇ ਘਰ ਦੇ ਨਹੀਂ ਕਹਿੰਦੇ? ਮੈਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਆਪਣਾ ਘਰ ਹਾਂ, ਅਲੱਗ, ਯਾਨੀ ਕਿ ਸਾਂਝ ਜਿਹੜੀ ਹੈ ਨਾ ਅੱਛਾ ਜੀ, ਉਹ ਨਹੀਂ ਅੱਛੀ ਹੁੰਦੀ। ਉਹ ਤਾਂ ਹੋ ਗਿਆ ਨਹੀਂ ਤੁਹਾਡਾ ਕਾਰੋਬਾਰੀ ਮਾਮਲਾ। ਹਾਂਜੀ। ਵੈਸੇ ਉਹ ਕਹਿੰਦੇ ਲਾ। ਹਾਂਜੀ ਹਾਂਜੀ, ਉਹ ਮੈਂ ਮਾਫ ਕਰਨਾ ਜੀ, ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਮੈਂ ਇੱਕ ਵਾਰ ਇੱਕ ਨਰਸਰੀ ਵਾਲੇ ਨਾਲ ਗੱਲ ਕੀਤੀ, ਉਹਨੇ ਕਿਹਾ ਜੀ ਜਿਸਲੇ ਸੀਜ਼ਨ ਲੰਘਣਾ ਨਾ ਅਸੀਂ ਜਿੰਨੇ ਵੀ ਰਾਈ ਆ ਸਾਡੇ ਬਾਗ ਕਾਮਯਾਬ ਹੋਣੇ, ਬਾਕੀਆਂ ਨੇ ਪੱਟ ਦੇਣੇ। ਮੈਂ ਕਿਹਾ ਕਿਉਂ? ਕਹਿੰਦਾ ਸਾਡੇ ਘਰਦਿਆਂ ਨੇ ਕਹਿਣਾ ਉਹ ਕੋਈ ਨਹੀਂ, ਅੱਧੇ ਤਾਂ ਖਲੋਤੇ ਆ ਨਾਗੇ ਲਾਲਾ, ਤੇ ਤੁਹਾਡੇ ਜਿਹੜੇ ਬਾਕੀ ਲੋਕ ਆ ਉਹਨਾਂ ਦੇ ਘਰਦਿਆਂ ਨੇ ਕਹਿਣਾ ਪਰਾਂ ਦਫਾ ਕਰ, ਇੰਨਾ ਇੱਥੇ ਕਮਾਦ ਹੋ ਜਾਣਾ ਸੀ, ਇੰਨਾ ਝੋਨਾ ਹੋ ਜਾਣਾ ਸੀ, ਇੰਨੀ ਕਣਕ ਹੋ ਜਾਣੀ ਸੀ, ਪੱਟ ਇੱਥੇ ਰੂਟਾਵੇਟਰ ਫੇਰ। ਤੇ ਗੱਲਾਂ ਤੋਂ ਯਾਦ ਸਾਬਤ ਹੋ ਗਿਆ, ਡੋਗਰ ਸਾਹਿਬ ਕਹਿੰਦੇ ਮੇਰੇ ਕਹਿੰਦੇ ਪੱਟ ਦਿਓ, ਤੁਹਾਡੇ ਕਹਿੰਦੇ ਆ ਕੱਲਿਆਂ ਲਾ ਜ਼ਰੂਰ। ਹਾਂਜੀ ਕਹਿੰਦੇ ਕੋਈ ਗੱਲ ਨਹੀਂ, ਨਾਗੇ ਲਾਓ, ਤੇ ਹਾਂਜੀ। ਜਿੱਥੇ ਤੁਸੀਂ ਮਤਲਬ ਇੰਨੀ ਦੇਰ ਵੇਖਿਆ ਹਾਂ, ਖਰਚੇ ਤੇ ਹੋ ਗਏ ਆ ਹਾਂਜੀ, ਤੇ ਜ਼ਮੀਨ ਬਣ ਗਈ ਹੈ, ਗਾਂ ਫੇਰ ਤੁਸੀਂ ਲਾਓ।
ਚਲੋ ਜੀ, ਅਗਰ ਅੱਲਾ ਨੂੰ ਠੀਕ। ਮਨਜ਼ੂਰ ਹੋਇਆ ਹਾਂਜੀ। ਤੇ ਠੀਕ ਹੈ, ਨਹੀਂ ਤੇ ਫਿਰ ਜ਼ਿੱਦ ਕਾਹਦੀ ਹੈ, ਫਿਰ ਛੱਡ ਦਾਂਗੇ। ਚਲੋ ਬਹੁਤ ਬਹੁਤ ਸ਼ੁਕਰੀਆ ਜੀ ਯਾਸਿਨ ਸਾਹਿਬ ਤੇ ਅਸ਼ਰਫ ਸਾਹਿਬ ਤੁਹਾਡਾ ਜੀ, ਜਜ਼ਾਕੱਲਾ। ਇੱਕ ਹਾਂਜੀ। ਉਹ ਵਾਰੀ ਦੇ ਮੁਤਲਕ ਜਿਹੜਾ ਨਾ ਕਾਹਦਾ?